ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਗੁਰਬਾਣੀ ਕੀਰਤਨ ਬਾਰੇ, ਜੋ ਗੁਰਬਾਣੀ ਹਰ ਸਿੱਖ ਨਹੀਂ ਗਾ ਸਕਦਾ ਸੀ, ਉਸ ਵਿੱਚ ਸੱਤੇ ਤੇ ਬਲਵੰਡੇ ਬਾਰੇ ਦੱਸਿਆ ਜਾਂਦਾ। ਸ਼੍ਰੀ ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਵਿੱਚ ਦੀਵਾਨ ਸਜਾ ਕੇ ਬੈਠੇ ਸਨ। ਉਸ ਸਮੇਂ ਕੋਈ ਵੀ ਰਾਗੀ ਸੀ ਜਿਹੜਾ ਉਹ ਰਾਗ ਨਹੀਂ ਸੀ ਕਰ ਸਕਦਾ, ਕੀਰਤਨ ਨਹੀਂ ਸੀ ਕਰਨਾ ਆਉਂਦਾ ਸਿੱਖਾਂ ਨੂੰ। ਉਸ ਸਮੇਂ ਸੱਤਾ ਤੇ ਬਲਵੰਡਾ ਦੋ ਭਰਾ ਸੀਗੇ ਜਿਹੜੇ ਹਰਮੰਦਰ ਸਾਹਿਬ ਆ ਕੇ ਕੀਰਤਨ ਕਰਿਆ ਕਰਦੇ ਸਨ। ਇੱਕ ਦਿਨ ਸੱਤੇ ਤੇ ਬਲਵੰਡੇ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਕਿਹਾ, ਮਹਾਰਾਜ ਸਾਡੀ ਲੜਕੀ ਦੀ ਸ਼ਾਦੀ ਹੈ ਤੇ ਸਾਨੂੰ ਕੁਛ ਮਾਇਆ ਦਾਨ ਦਿਓ। ਗੁਰੂ ਅਰਜਨ ਦੇਵ ਜੀ ਨੇ ਕਿਹਾ ਕਿ ਕੱਲ ਨੂੰ ਜੋ ਚੜਾਵਾ ਹੋਵੇਗਾ ਉਹ ਤੁਸੀਂ ਲੈ ਜਾਣਾ ਭਾਈ। ਗੁਰੂ ਅਰਜਨ ਦੇਵ ਜੀ ਦੇ ਇਹ ਕਹਿਣ ਤੇ ਜੋ ਚੜਾਵਾ ਹੋਵੇਗਾ ਉਹ ਕੱਲ ਨੂੰ ਤੁਹਾਡਾ ਹੋਵੇਗਾ। ਪਰਮਾਤਮਾ ਦੀ ਕਿਰਪਾ ਨਾਲ ਦੂਸਰੇ ਦਿਨ ਚੜਾਵਾ ਸੀ ਜਿਹੜਾ ਬਹੁਤ ਹੀ ਘੱਟ ਚੜਿਆ। ਕੁਛ ਸੰਗਤ ਨਾ ਆਈ, ਕੁਛ ਜੋ ਆਈ ਉਹਨਾਂ ਦੇ ਮਨ ਵਿੱਚ ਇਹੋ ਜਿਹਾ ਹੋਇਆ ਕਿ ਉਹਨਾਂ ਨੇ ਚੜਾਵਾ ਹੀ ਨਾ ਦਿੱਤਾ। ਜੋ ਪੈਸੇ ਚੜੇ ਉਹ ਸੱਤੇ ਤੇ ਬਲਵੰਡੇ ਨੂੰ ਦਿੱਤੇ ਗਏ। ਸੱਤੇ ਤੇ ਬਲਵੰਡੇ ਦੇ ਮਨ ਦੇ ਵਿੱਚ ਆਇਆ ਵੀ ਗੁਰੂ ਅਰਜਨ ਦੇਵ ਜੀ ਨੇ ਲੋਕਾਂ ਨੂੰ ਕਹਿ ਕੇ ਚੜਾਵਾ ਨਹੀਂ ਚੜ੍ਹਨ ਦਿੱਤਾ, ਇਸ ਕਰਕੇ ਆਪਾਂ ਜਿਹੜਾ ਕੀਰਤਨ ਕਰਦੇ ਆ, ਆਪਣੇ ਪੈਸੇ ਸੀਗੇ, ਆਪਣੇ ਕਰਕੇ ਪੈਸੇ ਮਿਲਦੇ ਸੀ ਗੁਰੂ ਸਾਹਿਬ ਨੂੰ, ਤੇ ਹੁਣ ਆਪਾਂ ਕੀਰਤਨ ਕਰਨ ਨੂੰ ਹਟ ਜਾਾਂਗੇ, ਫਿਰ ਦੇਖਾਂਗੇ ਕੱਲ ਨੂੰ ਕਿਵੇਂ ਇਹਦੇ ਪੈਸੇ ਇਕੱਠੇ ਹੁੰਦੇ ਨੇ। ਉਹ ਆਪਣੇ ਘਰ ਚਲੇ ਗਏ, ਸੱਤਾ ਤੇ ਬਲਵੰਡਾ ਦੋਨੇ ਜਾਣੇ। ਤਾਂ ਜਾ ਕੇ ਦੂਸਰੇ ਦਿਨ ਅੰਮ੍ਰਿਤ ਵੇਲਾ ਹੋਇਆ, ਸਾਧ ਸੰਗਤ ਇਕੱਠੀ ਹੋਈ, ਤਾਂ ਗੁਰੂ ਅਰਜਨ ਦੇਵ ਜੀ ਨੂੰ ਕਹਿਣ ਲੱਗੇ, ਮਹਾਰਾਜ ਗੁਰਬਾਣੀ ਦਾ ਕੀਰਤਨ ਨਹੀਂ ਹੋ ਰਿਹਾ। ਤਾਂ ਗੁਰੂ ਜੀ ਨੇ ਕਿਹਾ, ਭਾਈ ਸੱਤਾ ਤੇ ਬਲਵੰਡਾ ਨੂੰ ਬੁਲਾ ਕੇ ਲਿਆਓ। ਸੱਤਾ ਤੇ ਬਲਵੰਡਾ ਦੋ ਮਰਾਸੀ ਸੀਗੇ। ਤਾਂ ਉਹਨਾਂ ਨੇ ਜਦੋਂ ਬੁਲਾਉਣ ਵਾਸਤੇ ਗਿਆ ਤਾਂ ਸੰਗਤ ਨੂੰ ਉਹ ਬਹੁਤ ਹੀ ਉਲਟ ਸ਼ਬਦ ਬੋਲੇ, ਤੇ ਉਹਨਾਂ ਨੇ ਕਹਿਤਾ ਵੀ ਗੁਰੂ ਸਾਹਿਬ ਜੇ ਇੰਨਾ ਸ਼ਕਤੀ ਵਾਲਾ ਹੈ ਵੀ ਜਿਹੜਾ ਸਾਡਾ ਚੜਾਵਾ ਸੀ ਉਹ ਕੱਲ ਸਾਡਾ ਚੜਾਵਾ ਘੱਟ ਕਰਨ ਦਿੱਤਾ, ਤੇ ਫਿਰ ਅੱਜ ਸਾਥੋਂ ਬਿਨਾ ਫੇਰ ਨਹੀਂ ਚੜਾਵਾ ਕਰਦਾ ਹੈਗਾ, ਵੀ ਲੋਕਾਂ ਨੇ ਮੱਥਾ ਨਹੀਂ ਟੇਕਣਾ, ਇਸ ਕਰਕੇ ਸਾਨੂੰ ਬੁਲਾਉਣ ਆ ਗਿਆ। ਤਾਂ ਜੇ ਗੁਰੂ ਸਾਹਿਬ ਦੇ ਵਿੱਚ ਇੰਨੀ ਸ਼ਕਤੀ ਹੈ ਫਿਰ ਉਹ ਆਪ ਹੀ ਕੀਰਤਨ ਕਰ ਲੈਣ। ਸੰਗਤ ਨੇ ਆ ਕੇ ਗੁਰੂ ਜੀ ਪਾਸ ਸਾਰਾ ਕੁਝ ਦੱਸਿਆ। ਸ਼੍ਰੀ ਗੁਰੂ ਅਰਜਨ ਦੇਵ ਜੀ ਆਪ ਨੰਗੇ ਪੈਰੀ ਹੋ ਕੇ ਸੱਤੇ ਤੇ ਬਲਵੰਡੇ ਦੇ ਘਰ ਗਏ ਤੇ ਉਹਨਾਂ ਨੇ ਕਿਹਾ, ਸੱਤਾ ਉੱਠੋ ਪੁੱਤਰ, ਕੀਰਤਨ ਦਾ ਸਮਾਂ ਹੋ ਗਿਆ, ਅੰਮ੍ਰਿਤ ਵੇਲਾ ਹੋ ਗਿਆ, ਆਪਾਂ ਕੀਰਤਨ ਕਰੀਏ। ਪਰ ਸੱਤੇ ਤੇ ਬਲਵੰਡੇ ਨੇ ਗੁਰੂ ਜੀ ਦੇ ਆਏ ਦੀ ਕੋਈ ਕਦਰ ਨਾ ਕੀਤੀ, ਕਿਉਂਕਿ ਉਹਨਾਂ ਨੂੰ ਹੰਕਾਰ ਸੀ ਵੀ ਸਾਥੋਂ ਬਿਨਾ ਕੋਈ ਵੀ ਗੁਰਬਾਣੀ ਦਾ ਕੀਰਤਨ ਨਹੀਂ ਕਰ ਸਕਦਾ। ਉਹਨਾਂ ਨੇ ਕਿਹਾ, ਜੇਕਰ ਤੇਰੇ 'ਚ ਕੋਈ ਕਲਾ ਹੈ ਤਾਂ ਤੂੰ ਆਪਦੀ ਜਿਹੜੀ ਕਲਾ ਵਰਤ ਕੇ ਕੀਰਤਨ ਕਰ ਲੈ। ਤਾਂ ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਵਿੱਚ ਆ ਕੇ ਹਰ ਸਿੱਖ ਨੂੰ ਇਹ ਬਚਨ ਕੀਤਾ ਵੀ ਭਾਈ ਹਰ ਸਿੱਖ ਹੈ ਜਿਹੜਾ ਅੱਜ ਤੋਂ ਬਾਅਦ ਉਹ ਕੀਰਤਨ ਕਰਿਆ ਕਰੂਗਾ। ਜਦੋਂ ਇਹ ਬਚਨ ਹੋਏ ਤਾਂ ਸੰਗਤ ਨੂੰ ਬੜੀ ਖੁਸ਼ੀ ਹੋਈ। ਸੰਗਤ ਨੂੰ ਕਿਸੇ ਵਿੱਚੋਂ ਬੈਠੇ ਨੂੰ ਇੱਕ ਜਾਣੇ ਨੂੰ ਬੁਲਾਇਆ ਤਾਂ ਉਹਨੂੰ ਕਿਹਾ ਵੀ ਭਾਈ ਕੀਰਤਨ ਕਰਨ ਦਾ ਸਮਾਂ ਹੋ ਗਿਆ। ਤਾਂ ਗੁਰੂ ਜੀ ਨੇ ਨਾਲ ਹੀ ਸੱਤੇ ਤੇ ਬਲਵੰਡੇ ਨੂੰ ਸਰਾਪ ਦਿੱਤਾ ਵੀ ਤੁਹਾਨੂੰ ਕੋੜ ਹੋ ਕੇ ਤੁਸੀਂ ਮਰੋਗੇ। ਉਸ ਕੋੜ ਦਾ ਜੋ ਵੀ ਕੋਈ ਵੀ ਮਾਫੀ ਮੰਗੇਗਾ ਉਸ ਦਾ ਸਰਬੰਸ ਨਾਸ ਹੋ ਜਾਊਗਾ। ਇਹ ਸਰਾਪ ਦਿੱਤਾ ਗੁਰੂ ਅਰਜਨ ਦੇਵ ਜੀ ਨੇ ਵੀ ਜੋ ਕੋੜ ਦਾ ਮਾਫੀ ਕਰਾਉਣ ਵਾਸਤੇ ਮੇਰੇ ਕੋਲੇ ਆਊਗਾ ਤਾਂ ਉਸ ਦੀ ਬੰਸ ਹੈ ਜਿਹੜੀ ਉਹ ਖਤਮ ਹੋ ਜੂ।
ਹੁਣ ਕੋਈ ਵੀ ਜਿਹੜਾ ਸੀਗਾ ਗੁਰੂ ਅਰਜਨ ਦੇਵ ਜੀ ਨੂੰ ਇਹ ਨਾ ਕਹੇ ਵੀ ਸੱਤੇ ਤੇ ਬਲਵੰਡੇ ਨੂੰ ਮਤਲਬ ਸੱਦੋ ਜਾਂ ਕੁਛ ਵੀ। ਕੁਛ ਦਿਨਾਂ ਤੋਂ ਬਾਅਦ ਸੱਤੇ ਤੇ ਬਲਵੰਡੇ ਨੂੰ ਕੋੜ ਹੋ ਗਿਆ। ਕੋੜ ਇੰਨਾ ਹੋਇਆ ਕਿ ਉਹ ਤੁਰਨ ਫਿਰਨ ਵੀ ਅਸਮਰਥ ਹੋ ਗਏ। ਇੱਕ ਦਿਨ ਉਹ ਆਪਣੀ ਝੋਂਪੜੀ ਦੇ ਵਿੱਚੋਂ ਬਾਹਰ ਨਿਕਲੇ, ਕੋਈ ਉਹਨਾਂ ਦੇ ਕੋਲ ਦੀ ਲੰਘਣਾ ਪਸੰਦ ਨਾ ਕਰੇ, ਕਿਉਂਕਿ ਉਹਨਾਂ ਨੂੰ ਗੁਰੂ ਦੇ ਸਰਾਫੇ ਕਿਹਾ ਜਾਣ ਲੱਗ ਪਿਆ ਸੀਗਾ। ਇੱਕ ਦਿਨ ਉਹ ਆਪਣੀ ਝੋਂਪੜੀ ਤੋਂ ਬਾਹਰ ਨਿਕਲੇ, ਚਰਸਤੇ ਦੇ ਉੱਤੇ ਬੈਠੇ ਸੀਗੇ ਤਾਂ ਕੋਈ ਗੁਰਸਿੱਖ ਜਾ ਰਿਹਾ ਸੀ। ਉਹਨਾਂ ਨੇ ਉਸ ਦੇ ਪੈਰ ਪਕੜ ਲਏ। ਗੁਰਸਿੱਖ ਨੂੰ ਹਮੇਸ਼ਾ ਰਹਿਮ ਹੁੰਦਾ, ਹਮਦਰਦੀ ਹੁੰਦੀ ਹੈ, ਉਹ ਗੁਰੂ ਦੇ ਭਾਣੇ ਵਿੱਚ ਰਹਿੰਦਾ। ਤਾਂ ਉਸਨੇ ਕੀ ਕੀਤਾ, ਪੁੱਛਿਆ ਵੀ ਹਾਂ ਭਾਈ ਦੱਸੋ ਕੀ ਕੰਮ ਹੈਗਾ। ਉਹ ਕਹਿੰਦੇ ਵੀ ਅਸੀਂ ਗੁਰੂ ਦੇ ਸਰਾਫੇ ਹੋਏ ਹਾਂ, ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ, ਸਾਨੂੰ ਕੋਈ ਰਾਹ ਦੱਸੋ ਜਿਹਦੇ ਨਾਲ ਸਾਡਾ ਭਲਾ ਹੋ ਜੇ। ਉਹ ਕਹਿਣ ਲੱਗਿਆ ਵੀ ਭਾਈ ਰਾਹ ਤਾਂ ਇਹ ਹੈ, ਲਾਹੌਰ ਦੇ ਵਿੱਚ ਭਾਈ ਲੱਦਾ ਰਹਿੰਦਾ ਪਰਉਪਕਾਰੀ, ਉਹਦੇ ਕੋਲੇ ਵਗ ਜਾ, ਉਹ ਤੇਰਾ ਮਾਫ ਕਰਵਾ ਸਕਦਾ ਗੁਰੂ ਅਰਜਨ ਦੇਵ ਜੀ ਕੋਲ। ਤਾਂ ਉਹ ਰਿੜਦੇ 5-7 ਦਿਨਾਂ ਦੇ ਵਿੱਚ ਲਾਹੌਰ ਪਹੁੰਚੇ ਤੇ ਭਾਈ ਲੱਦੇ ਦੇ ਘਰ ਦੇ ਅੱਗੇ ਜਾ ਕੇ ਉਹਨਾਂ ਨੇ ਜਦੋਂ ਦਰਵਾਜ਼ਾ ਖਟਖਟਾਇਆ, ਦਰਵਾਜ਼ਾ ਖੋਲ੍ਹਣ ਵਾਸਤੇ ਆਵਾਜ਼ ਦਿੱਤੀ ਤਾਂ ਅੰਦਰੋਂ ਇੱਕ ਸੀਲਵੰਤ ਬੀਬੀ ਨਿਕਲੀ ਤੇ ਉਸਨੇ ਪੁੱਛਿਆ ਵੀ ਭਾਈ ਤੁਸੀਂ ਕਿਵੇਂ ਆਏ ਹੋ। ਕਹਿੰਦੇ ਜੀ ਭਾਈ ਲੱਦਾ ਜੀ ਨੂੰ ਮਿਲਣਾ ਹੈ। ਉਹ ਕਹਿਣ ਲੱਗੀ ਕੋਈ ਗੱਲ ਨਹੀਂ ਵੀਰੇ ਬੈਠੋ ਤੁਸੀਂ, ਮੈਂ ਤੁਹਾਡੇ ਵਾਸਤੇ ਚਾਹ ਬਣਾ ਕੇ ਲਿਆਉਣੀ ਆ। ਉਹਨਾਂ ਨੂੰ ਖਾਣਾ ਖਵਾਇਆ, ਰੋਟੀ ਖਵਾਈ, ਭੋਜਨ ਦਿੱਤਾ। ਭੋਜਨ ਦੇ ਕੇ ਉਸ ਤੋਂ ਬਾਅਦ ਉਹ ਜਿਹੜੀ ਬੀਬੀ ਸੀਗੀ ਉਸ ਨੇ ਆਪਣੇ ਘਰ ਵਾਲੇ ਨੂੰ ਭਾਈ ਲੱਦੇ ਨੂੰ ਸੱਦਿਆ। ਜਦੋਂ ਭਾਈ ਲੱਦਾ ਆਇਆ ਤਾਂ ਉਹਨਾਂ ਨੇ ਸਹੀ ਗੱਲ ਦੱਸਤੀ ਸੱਤੇ ਤੇ ਬਲਵੰਡੇ ਨੇ ਵੀ ਅਸੀਂ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸਰਾਫੇ ਹੋਇਆਂਗੇ, ਕਿਉਂਕਿ ਸਾਡੇ ਮਨ ਵਿੱਚ ਇੰਨਾ ਹੰਕਾਰ ਹੋ ਗਿਆ ਸੀਗਾ ਵੀ ਅਸੀਂ ਉਸ ਹੰਕਾਰ ਦੇ ਕਾਰਨ ਹੀ ਸਾਨੂੰ ਕੋੜ ਹੋਇਆ ਤੇ ਇਹ ਜਿਹੜਾ ਕੋੜ ਹੈ ਤੁਸੀਂ ਦੂਰ ਕਰ ਸਕਦੇ ਹੋ। ਤੇ ਗੁਰੂ ਸਾਹਿਬ ਨੇ ਇਹ ਵੀ ਕਿਹਾ ਸੀ ਵੀ ਜੋ ਮੇਰੇ ਕੋਲ ਤੇਰੀ ਫਰਮਾਇਸ਼ ਲੈ ਕੇ ਆਵੇ, ਤੁਹਾਡਾ ਕੋੜ ਦੂਰ ਕਰਾਉਣ ਵਾਸਤੇ, ਬਚਨ ਲੈਣ ਵਾਸਤੇ ਆਵੇ, ਉਸ ਦਾ ਮੂੰਹ ਕਾਲਾ ਕੀਤਾ ਹੋਵੇ, ਗਧੇ ਦੇ ਉੱਤੇ ਚੜਿਆ ਹੋਵੇ ਤੇ ਛਿੱਤਰਾਂ ਦੀ ਮਾਲਾ ਪਾਈ ਹੋਵੇ ਗਲ ਵਿੱਚ, ਫਿਰ ਉਹ ਮੇਰੇ ਕੋਲੇ ਆ ਸਕਦਾ। ਤਾਂ ਉਹਨਾਂ ਨੇ ਇਹ ਸਾਰੇ ਬਚਨ ਸੀ ਭਾਈ ਲੱਦਾ ਜੀ ਨੂੰ ਦੱਸੇ ਵੀ ਅਸੀਂ ਇਸ ਤਰ੍ਹਾਂ ਕਰਕੇ ਗੁਰੂ ਜੀ ਦੇ ਸਰਾਫੇ ਹੋਏ ਹਾਂ ਤੇ ਗੁਰੂ ਜੀ ਦਾ ਅੱਗੋਂ ਇਹ ਪ੍ਰਵਚਨ ਹੈਗਾ। ਤਾਂ ਭਾਈ ਲੱਦਾ ਜੀ ਪਰਉਪਕਾਰੀ ਸੀ, ਲੋਕਾਂ ਦਾ ਭਲਾ ਕਰਦਾ ਸੀਗਾ। ਤਾਂ ਉਹ ਗੁਰੂ ਅਰਜਨ ਦੇਵ ਜੀ ਦੇ ਸਰਾਫੇ ਹੋਏ 2 ਸਿੱਖਾਂ ਦਾ ਜਿਹੜਾ ਕੋੜ ਸੀ ਉਹਨਾਂ ਨੂੰ ਨਿਵਰਤ ਕਰਨਾ ਚਾਹੁੰਦਾ ਸੀਗਾ। ਉਹ ਚਾਹੁੰਦਾ ਸੀ ਵੀ ਮੈਨੂੰ ਭਾਵੇਂ ਲੱਖਾਂ ਦੁੱਖ ਮਿਲਣ ਪਰ ਮੈਂ ਦੂਜੇ ਦਾ ਭਲਾ ਕਰਾਂ। ਤਾਂ ਇਸ ਤਰ੍ਹਾਂ ਸਭ ਤੋਂ ਪਹਿਲਾਂ ਭਾਈ ਲੱਦਾ ਜੀ ਇੱਕ ਘੁਮਿਆਰ ਦੇ ਘਰੇ ਗਏ। ਉੱਥੋਂ ਜਾ ਕੇ ਉਹਨਾਂ ਨੇ ਘੋੜੇ ਦੀ ਮੰਗ, ਗਧੇ ਦੀ ਮੰਗ ਕੀਤੀ। ਗਧਾ ਲੈ ਕੇ ਵੀ ਭਾਈ ਜਿੰਨੇ ਪੈਸੇ ਲੈਣੇ ਤੂੰ ਲੈ ਲੈ। ਉਹ ਕਹਿੰਦਾ ਭਾਈ ਲੱਦੇ ਨੂੰ ਕਹਿਣ ਲੱਗਿਆ ਵੀ ਨਾ ਭਾਈ ਮੈਨੂੰ ਬਸ ਤੂੰ ਇਹਨਾਂ ਨੂੰ ਕੋਈ ਖਾਣ ਪਾਣ ਜੋ ਹੈਗਾ ਗਧੇ ਦਾ ਉਹਨੂੰ ਦਾਣਾ ਪਾਣੀ ਪਾ ਦੀ, ਬਸ ਮੈਂ ਕੁਛ ਨਹੀਂ ਲੈਣਾ ਹੈਗਾ। ਤਾਂ ਉਸ ਤੋਂ ਬਾਅਦ ਉਸਨੇ ਛਿੱਤਰ ਇਕੱਠੇ ਕੀਤੇ ਟੁੱਟੇ ਹੋਏ, ਆਪਣੇ ਹੱਥਾਂ ਨਾਲ ਭਾਈ ਲੱਦਾ ਜੀ ਨੇ ਉਹਦੇ ਮਾਲਾ ਤਿਆਰ ਕੀਤੀ ਤੇ ਉੱਥੇ ਹੀ ਭਾਈ ਲੱਦਾ ਜੀ ਨੇ 2-4 ਘਰਾਂ ਤੋਂ ਤਵੇ ਲਏ, ਉਹਨਾਂ ਦੀ ਕਾਲਸ ਸੀ ਜਿਹੜੀ ਆਪਦੇ ਮੂੰਹ ਦੇ ਉੱਤੇ ਮਲ ਲਈ, ਛਿੱਤਰਾਂ ਦੀ ਮਾਲਾ ਗਲ 'ਚ ਪਾਤੀ, ਗਧੇ ਦੇ ਉੱਤੇ ਬੈਠ ਗਿਆ ਤੇ ਸੰਗਤ ਸੀ ਜਿਹੜੀ ਉਹ ਪਿੱਛੇ ਹੋ ਗਈ। ਗੁਰੂ 20 ਵਿਸਵੇ ਸੰਗਤ 21 ਵਿਸਵੇ। ਗੁਰੂ ਕਹਿੰਦੇ ਆ 20 ਵਿਸਵੇ ਹੈ ਤਾਂ ਸੰਗਤ 21 ਵਿਸਵੇ ਹੈ। ਗੁਰੂ ਦਾ ਜੇ ਸੰਗਤ ਕੋਈ ਕੰਮ ਕਰ ਜੇ ਨਾ ਤੇ ਗੁਰੂ ਮੋੜ ਨਹੀਂ ਸਕਦਾ। ਤਾਂ ਉਸਨੇ ਕੀ ਕੀਤਾ, ਭਾਈ ਲੱਦਾ ਘੋੜੇ ਦੇ ਉੱਤੇ ਚੜ ਗਿਆ। ਉਧਰ ਗੁਰੂ ਅਰਜਨ ਦੇਵ ਜੀ ਜਾਣੀ ਜਾਣਾਂਗੇ, ਉਹਨਾਂ ਨੂੰ ਪਤਾ ਲੱਗ ਗਿਆ। ਹਰਿਮੰਦਰ ਸਾਹਿਬ ਦੇ ਵਿੱਚ ਉਹਨਾਂ ਨੇ ਜਲ ਛਿੜਕਾ ਕੀਤਾ ਕਿਉਂਕਿ ਗਰਮੀ ਦਾ ਮਹੀਨਾ ਸੀਗਾ। ਕਹਿਣ ਲੱਗਿਆ ਵੀ ਭਾਈ ਮੇਰਾ ਕੋਈ ਗੁਰਸਿੱਖ ਹੈ ਜਿਹੜਾ ਸਵਾਲੀਆ ਉਹ ਆ ਰਿਹਾ ਹੈਗਾ। ਤਾਂ ਇਸੇ ਤਰ੍ਹਾਂ ਪਿੰਡਾਂ ਵਿੱਚੋਂ ਲੰਘਦੇ ਹੋਏ ਜਦੋਂ ਲੋਕਾਂ ਨੇ ਦੇਖਿਆ ਵੀ ਆ ਭਾਈ ਹੈਗਾ, ਇਹਦੇ ਗਲ ਵਿੱਚ ਮਾਲਾ ਪਾਈ ਹੋਈ, ਛਿੱਤਰਾਂ ਦੀ ਮੂੰਹ ਕਾਲਾ ਕੀਤਾ ਹੋਇਆ, ਗਧੇ ਦੇ ਉੱਤੇ ਚੜਿਆ ਹੋਇਆ, ਤਾਂ ਭਾਈ ਲੱਦਾ ਜੀ ਬਾਰੇ ਤਰ੍ਹਾਂ ਦੀਆਂ ਗੱਲਾਂ ਹੋਣ ਲੱਗੀਆਂ। ਕਿਸੇ ਨੇ ਕਿਸੇ ਤਰ੍ਹਾਂ ਦੇ ਬਚਨ ਬੋਲੇ, ਕਿਸੇ ਨੇ ਕਿਸੇ ਤਰ੍ਹਾਂ ਦੇ ਵੀ ਕੋਈ ਕਹਿੰਦਾ
ਵੀ ਇਹਨੇ ਕਿਸੇ ਦੀ ਕੁੜੀ ਨੂੰ ਛੇੜਿਆ ਹੋਣਾ, ਬੁੜੀ ਨੂੰ ਛੇੜਿਆ ਹੋਣਾ, ਜਾਂ ਕੋਈ ਚੋਰੀ ਕੀਤੀ ਹੋਣੀ ਆ, ਡਾਕਾ ਮਾਰਿਆ ਹੋਣਾ। ਇਸ ਤਰ੍ਹਾਂ ਦੇ ਸ਼ਬਦ ਸੀ ਜਿਹੜੇ ਉਹ ਬੋਲਣੇ ਸ਼ੁਰੂ ਕਰਤੇ। ਤਾਂ ਗੁਰੂ ਅਰਜਨ ਦੇਵ ਜੀ ਦੇ ਆਪਣੇ ਹਰਮੰਦਰ ਸਾਹਿਬ ਦੇ ਵਿੱਚ ਵੜਨ ਤੋਂ ਪਹਿਲਾਂ ਹੀ ਭਾਈ ਲੱਦਾ ਜੀ ਜਦੋਂ ਗਧੇ ਦੇ ਉੱਤੇ ਸਵਾਰ ਸੀਗੇ ਤਾਂ ਗੁਰੂ ਅਰਜਨ ਦੇਵ ਜੀ ਡਿਊਟੀ ਤੇ ਆ ਕੇ ਮਿਲੇ ਤੇ ਉਹਨਾਂ ਨੂੰ ਜੱਫੀ ਦੇ ਵਿੱਚ ਲੈ ਲਿਆ। ਕਹਿਣ ਲੱਗੇ, ਭਾਈ ਲੱਦਾ ਆ ਕੀ ਕੀਤਾ? ਕਹਿੰਦਾ, ਮਹਾਰਾਜ ਤੁਹਾਡਾ ਹੁਕਮ ਸੀਗਾ। ਕਹਿੰਦਾ, ਮੇਰਾ ਤੇਰੇ ਵਾਸਤੇ ਹੁਕਮ ਨਹੀਂ ਸੀਗਾ, ਮੇਰਾ ਤਾਂ ਸੱਤੇ ਤੇ ਬਲਵੰਡੇ ਵਾਸਤੇ ਹੁਕਮ ਸੀ। ਕਹਿਣ ਲੱਗਿਆ, ਮਹਾਰਾਜ ਉਹ ਵੀ ਤਾਂ ਤੁਸੀਂ ਬਣਾਏ ਨੇ, ਚੰਗੇ ਵੀ ਤੁਸੀਂ ਬਣਾਏ ਸੀ, ਮੰਦੇ ਵੀ ਤੁਸੀਂ ਬਣਾਏ ਨੇ, ਤਾਂ ਇਸ ਕਰਕੇ ਵੀ ਮੈਂ ਉਹਨਾਂ ਦਾ ਕੋੜ ਹੈ ਜਿਹੜਾ ਉਹਨੂੰ ਦੂਰ ਕਰੋ। ਤੇ ਗੁਰੂ ਸਾਹਿਬ ਨੇ ਸੱਤੇ ਤੇ ਬਲਵੰਡੇ ਦਾ ਜਦੋਂ ਭਾਈ ਲੱਦਾ ਜੀ ਨੇ ਪਰਉਪਕਾਰੀ ਗਲ ਨਾਲ ਲੱਗ ਕੇ ਗੁਰੂ ਸਾਹਿਬ ਦੇ ਚਰਨਾਂ ਦੇ ਅੱਖਾਂ ਦੇ ਨੀਰ ਨਾਲ ਗੁਰੂ ਸਾਹਿਬ ਦੇ ਚਰਨ ਧੋਤੇ ਤਾਂ ਗੁਰੂ ਸਾਹਿਬ ਨੇ ਸੱਤੇ ਤੇ ਬਲਵੰਡੇ ਨੂੰ ਮਾਫ ਕੀਤਾ ਤੇ ਉਹਨਾਂ ਦਾ ਕੋੜ ਸੀ ਜਿਹੜਾ ਦੂਰ ਕੀਤਾ। ਤੇ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਇਹ ਵਚਨ ਜਾਰੀ ਰੱਖਿਆ ਵੀ ਜਿਹੜੇ ਕੋੜੀ ਹੈਗੇ ਉਹ ਸਿਰਫ ਅੰਮ੍ਰਿਤਸਰ ਵਿੱਚ ਹੀ ਹੋਣਗੇ, ਤੁਸੀਂ ਹੋਰ ਕਿਤੇ ਵਗ ਜਾਓ, ਹੋਰ ਤੁਹਾਨੂੰ ਕਿਤੇ ਕੋੜੀ ਨਹੀਂ ਮਿਲਦਾ, ਇਕੱਲੇ ਅੰਮ੍ਰਿਤਸਰ ਦੇ ਵਿੱਚ ਕੋੜੀ ਮਿਲਦੇ ਆ। ਇਹ ਗੁਰੂ ਅਰਜਨ ਦੇਵ ਜੀ ਦਾ ਜਿਹੜਾ ਬਚਨ ਹੈਗਾ ਤੇ ਜਿਹੜਾ ਸਦਾ ਹੀ ਅਟਲ ਰਹੂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।